या ओ दैया ई का हो गइल भैया ओ भैया। का हो गया मोदी जी? बंगाल चुनाव के लिए प्रधानमंत्री, मुख्यमंत्री, गृह मंत्री, रक्षा मंत्री, मंत्री संतरी, नेता, अंध गंध सब सब लग गए थे ना बंगाल चुनाव के लिए। क्या हो गया? मान सम्मान नहीं रखा क्या बंगाली भाई बहनों ने आपका? अब क्या हो गया? खेला हो गया आपके साथ? बहुत बड़े बड़े बोल वचन दिए थे ना। जिधर देख रहा हूं उधर मुझे लोग ही लोग दिखाई देते हैं। आपको चिता दिखाई नहीं दे रही थी ना? क्या है ना कि आप सिर्फ भाजपा के प्रधानमंत्री हैं, भारत के प्रधानमंत्री थोड़ी है। भारत के प्रधानमंत्री होते तो भारत के बारे में सोचते। बंगाल चुनाव जीतेंगे, लाशें बिछा दी मेरे भारत में, इतनी नफरत है आपके अंदर। लेकिन देखा दीदी, जियो दीदी जियो, जियो दीदी। माँ दुर्गा ने महिषासुर का वध कर दिया। तो आपके लिए आज पेश है मेरी तरफ से ये तोहफा। ਸਤਿ ਸ਼੍ਰੀ ਅਕਾਲ, ਮੈਂ ਹਾਂ ਨਿਰਮਲ ਸਿੰਘ ਕਲਿਆਣ ਤੇ ਤੁਸੀਂ ਦੇਖ ਰਹੇ ਹੋ ਸਰਪੰਚ ਟੂਡੇ ਦਾ ਪ੍ਰਾਈਮ ਟਾਈਮ। ਜਿਹੜਾ ਵੀਡੀਓ ਹੁਣੇ ਤੁਸੀਂ ਦੇਖਿਆ ਕਾਜਲ ਨਿਸ਼ਾਦ ਦਾ, ਜਿਹੜੇ ਸੋਸ਼ਲ ਮੀਡੀਆ ਤੇ ਬਹੁਤ ਹੀ ਗੰਭੀਰ ਮੁੱਦਿਆਂ ਨੂੰ ਉਠਾਉਂਦੇ ਤੇ ਹਾਲਾਤਾਂ ਤੇ ਕਰਾਰੀ ਚੋਟ ਵੀ ਕਰਦੇ ਨੇ। ਪੱਛਮੀ ਬੰਗਾਲ ਦੀਆਂ ਹੋਈਆਂ ਚੋਣਾਂ ਤੇ ਕਰਾਰੀ ਚੋਟ ਕਰਦਿਆਂ ਉਹਨਾਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੂੰ ਜਿਤਾਉਣ ਲਈ ਜਿੱਥੇ ਭਾਰਤ ਦੇ ਪ੍ਰਧਾਨ ਮੰਤਰੀ ਨੇ ਆਪਣੇ ਅਹੁਦੇ ਦੀ ਮਰਿਆਦਾ ਦੀ ਉਲੰਘਣਾ ਕੀਤੀ ਹੈ, ਉੱਥੇ ਨਾਲ ਦੀ ਨਾਲ ਉਹਨਾਂ ਨੇ ਸਰਕਾਰੀ ਮਸ਼ੀਨਰੀ ਅਤੇ ਚੋਣ ਕਮਿਸ਼ਨ ਦੀ ਵਰਤੋਂ ਕਰਨ ਤੋਂ ਵੀ ਪਿੱਛੇ ਨਹੀਂ ਹਟੇ। ਉਹਨਾਂ ਨੇ ਇਹ ਵੀ ਆਖਿਆ ਕਿ ਮੀਡੀਆ ਦੇ ਨਾਲ ਗੁੰਡਾਗਰਦੀ ਤੇ ਪੈਸੇ ਤੇ ਹੋਰ ਤਾਕਤ ਦੇ ਜ਼ੋਰ ਤੇ ਚੋਣਾਂ ਜਿਤਾਉਣ ਲਈ ਹਰ ਵਾਹ ਵਾਸਤਾ ਲਾਇਆ। ਨਾਲ ਦੀ ਨਾਲ ਉੱਥੇ ਉਹਨਾਂ ਨੇ ਕਰੋਨਾ ਕਾਲ ਦੀ ਭੱਠੀ ਦੇ ਵਿੱਚ ਲੱਖਾਂ ਲੋਕਾਂ ਨੂੰ ਝੋਕ ਦਿੱਤਾ, ਜਿਸ ਦੀ ਜ਼ਿੰਮੇਵਾਰੀ ਭਾਰਤ ਸਰਕਾਰ ਦੀ ਬਣਦੀ ਆ ਕਿ ਕਿਉਂਕਿ ਇਸ ਚੋਣਾਂ ਦੌਰਾਨ ਹਜ਼ਾਰਾਂ ਲੋਕਾਂ ਦੀ ਮੌਤ ਵੀ ਹੋਈ ਆ। ਉੱਥੇ ਉਹਨਾਂ ਨੇ ਇਹ ਵੀ ਕਿਹਾ ਕਿ ਜਿੱਥੇ ਭਾਰਤੀ ਜਨਤਾ ਪਾਰਟੀ ਆਪਣੇ ਹਕਾਰ, ਆਪਣੀ ਭਾਸ਼ਾ ਸ਼ੈਲੀ ਦੀ ਮਰਿਆਦਾ ਤੋਂ ਬਾਹਰ ਹੋ ਕੇ ਲੋਕਾਂ ਨੂੰ ਫਟਕਾਰਦੀ ਰਹੀ ਤੇ ਆਪਣੇ ਹਕਾਰ ਦਾ ਪ੍ਰਦਰਸ਼ਨ ਕਰਦੀ ਰਹੀ, ਉੱਥੇ ਦੂਜੇ ਪਾਸੇ ਮਮਤਾ ਬੈਨਰਜੀ ਦੀ ਪਾਰਟੀ TMC ਦੇ ਸਾਰੇ ਉਮੀਦਵਾਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਿੱਥੇ ਉਹ ਸਧਾਰਨ ਰੂਪ ਦੇ ਵਿੱਚ ਲੋਕਾਂ ਦੇ ਵਿੱਚ ਵਿਚਰੇ, ਲੋਕਾਂ ਦੇ ਪਿਆਰ, ਹੁਲਾਰ ਤੇ ਨਾਲ ਦੀ ਨਾਲ ਇਮਾਨਦਾਰੀ ਦੇ ਤਹਿਤ ਉਹਨਾਂ ਨੇ ਆਪਣਾ ਪ੍ਰਚਾਰ ਕੀਤਾ ਤੇ ਲੋਕਾਂ ਨੇ ਵੱਡਾ ਫਤਵਾ ਦੇ ਕੇ TMC ਨੂੰ ਤੀਜੀ ਵਾਰ ਆਪਣੀ ਸਰਕਾਰ ਬਣਾਉਣ ਦਾ ਮੌਕਾ ਦਿੱਤਾ। ਇੱਥੇ ਬਸ ਨਹੀਂ, ਅਸੀਂ ਜਦੋਂ ਪੱਛਮੀ ਬੰਗਾਲ ਚੋਣਾਂ ਤੇ ਝਾਤ ਮਾਰਦੇ ਹਾਂ ਤਾਂ ਦੇਖਦੇ ਹਾਂ ਕਿ ਜਿੱਥੇ ਭਾਰਤੀ ਜਨਤਾ ਪਾਰਟੀ ਵੱਲੋਂ ਹਰ ਹੱਥ ਕੰਡਾ ਅਪਣਾਇਆ ਗਿਆ, ਉੱਥੇ ਮਮਤਾ ਬੈਨਰਜੀ ਵੱਲੋਂ ਵੀ ਇੱਕ ਕਾਰਡ ਖੇਡਿਆ ਗਿਆ। ਉਹ ਕਾਰਡ ਸੀ ਮੁਸਲਮਾਨੋ ਇਕੱਠੇ ਹੋ ਜਾਓ। ਬੇਸ਼ੱਕ ਇਹ ਉਸ ਸਮੇਂ ਦਾ ਦਰਦ ਸੀ ਜਦੋਂ ਭਾਰਤ ਦੇ ਗ੍ਰਹਿ ਮੰਤਰੀ ਨੇ NRC ਤੇ ਮੁਸਲਮਾਨਾਂ ਨੂੰ ਖੱਜਲ ਤੇ ਜਲੀਲ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ। ਪਹਿਲਾ ਇਹੀ ਕਾਰਨ ਰਿਹਾ ਕਿ ਮਮਤਾ ਬੈਨਰਜੀ ਦੀ TMC ਨੂੰ ਮੁਸਲਮਾਨ ਭਾਈਚਾਰੇ ਦੀ ਵੋਟ ਦਾ ਫਤਵਾ ਪੂਰੀ ਤਰ੍ਹਾਂ ਮਿਲਿਆ। ਦੂਜੀ ਗੱਲ ਕਰਦੇ ਆ ਭਾਰਤੀ ਸਿਆਸਤ ਦੇ ਵਿੱਚ ਰਣਨੀਤੀ ਘਾੜੇ ਦੇ ਤੌਰ ਤੇ ਉੱਭਰ ਕੇ ਆਏ ਨਾਮ ਪ੍ਰਸ਼ਾਂਤ ਕਿਸ਼ੋਰ ਦੀ, ਜਿਨ੍ਹਾਂ ਨੇ ਪੱਛਮੀ ਬੰਗਾਲ ਦੀਆਂ ਚੋਣਾਂ ਵਾਸਤੇ ਮੈਦਾਨ ਤਿਆਰ ਕੀਤਾ ਤੇ ਉਹਨਾਂ ਦਾ ਦਾਅਵਾ ਸੀ ਕਿ ਇਸ ਵਾਰ ਫੇਰ ਮਮਤਾ ਬੈਨਰਜੀ ਦੀ ਪਾਰਟੀ TMC ਆਪਣੀ ਸਰਕਾਰ ਬਣਾਊਗੀ ਤੇ ਭਾਜਪਾ 100 ਦਾ ਅੰਕੜਾ ਵੀ ਪਾਰ ਨਹੀਂ ਕਰਦੀ। ਹੋਇਆ ਬਿਲਕੁਲ ਉਸੇ ਤਰ੍ਹਾਂ। ਇਸੇ ਤਹਿਤ ਉਹਨਾਂ ਨੇ ਇੱਕ ਕਥਨ ਇਹ ਵੀ ਕਿਹਾ ਸੀ ਕਿ ਜੇਕਰ 100 ਦਾ ਅੰਕੜਾ ਭਾਰਤੀ ਜਨਤਾ ਪਾਰਟੀ ਪਾਰ ਕਰ ਲੂਗੀ ਤੇ ਉਹ ਆਪਣੇ ਰਣਨੀਤੀ ਘਾੜੇ ਤੌਰ ਤੇ ਕਾਰਜ ਤੋਂ ਸੰਨਿਆਸ ਲੈ ਕੇ ਲੰਬੀ ਛੁੱਟੀ ਤੇ ਚਲੇ ਜਾਣਗੇ। ਉਹਨਾਂ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਤੋਂ ਬਾਅਦ ਉਹ ਕਿਸੇ ਵੀ ਸਿਆਸੀ ਪਾਰਟੀ ਲਈ ਬਤੌਰ ਰਣਨੀਤੀ ਘਾੜੇ ਤੇ ਕੰਮ ਨਹੀਂ ਕਰਨਗੇ ਤੇ ਉਹ ਆਪਣੀ ਟੀਮ ਨੂੰ ਲੰਬੀ ਛੁੱਟੀ ਤੇ ਭੇਜ ਰਹੇ ਨੇ। ਇੱਥੇ ਇਸੇ ਗੱਲ ਦੇ ਨਾਲ ਪੰਜਾਬ ਸਰਕਾਰ ਚਿੰਤਾ ਦੇ ਵਿੱਚ ਆ ਕਿਉਂਕਿ ਉਹਨਾਂ ਨੇ ਪਿਛਲੀ ਸਰਕਾਰ ਬਣਨ ਦੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਲਾਹਕਾਰ ਦੇ ਤੌਰ ਤੇ ਕਾਰਜ ਸੰਭਾਲਿਆ ਸੀ। ਉਹਨਾਂ ਨੇ ਪੰਜਾਬ ਦੀ ਸਰਕਾਰ ਬਣਾਉਣ ਲਈ ਜਿਹੜੇ ਜੁਮਲੇ ਤਿਆਰ ਕੀਤੇ ਸੀ ਉਹ ਲੋਕਾਂ ਦੇ ਦਿਲਾਂ ਤੇ ਇੱਕ ਨਸੂਰ ਦਾ ਕੰਮ ਕਰ ਰਹੇ ਨੇ। ਉਹਨਾਂ ਨੇ ਪਹਿਲਾਂ ਇਹ ਜੁਮਲਾ ਤਿਆਰ ਕੀਤਾ ਸੀ ਜੋ ਕੈਪਟਨ ਅਮਰਿੰਦਰ ਸਿੰਘ ਵੱਲੋਂ ਪ੍ਰਚਾਰਿਆ ਗਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤਹਿਤ ਜਿਹੜੇ ਲੋਕ ਦੋਸ਼ੀ ਪਾਏ ਜਾਂਦੇ ਆ ਉਹਨਾਂ ਨੂੰ ਮੈਂ ਜੇਲ੍ਹ ਦੇ ਵਿੱਚ ਬੰਦ ਕਰਾਂਗਾ ਤੇ ਨਾਲ ਦੀ ਨਾਲ ਉਹਨਾਂ ਨੇ ਗੁਟਕਾ ਸਾਹਿਬ ਦੀ ਸਹੁੰ ਖਾਂਦਿਆਂ ਨਸ਼ਿਆਂ ਦਾ ਲੱਕ 4 ਹਫ਼ਤੇ ਵਿੱਚ ਤੋੜਨ ਦੀ ਗੱਲ ਵੀ ਕੀਤੀ ਸੀ।
ਇੱਥੋਂ ਤੱਕ ਕਿ ਉਹਨਾਂ ਨੇ ਘਰ ਘਰ ਵਿੱਚ ਨੌਕਰੀ ਦੇਣ ਦਾ ਵਾਅਦਾ ਵੀ ਕੈਪਟਨ ਅਮਰਿੰਦਰ ਸਿੰਘ ਤੋਂ ਕਰਵਾ ਦਿੱਤਾ ਤੇ ਨਾਲ ਦੀ ਨਾਲ ਹਰ ਤਰ੍ਹਾਂ ਦਾ ਕਰਜ਼ਾ, ਉਹ ਬੇਸ਼ੱਕ ਸਰਕਾਰੀ ਜਾਂ ਗੈਰ ਸਰਕਾਰੀ ਸੰਸਥਾ ਤੋਂ ਲਿਆ ਹੋਵੇ, ਕਿਸਾਨਾਂ ਦਾ ਮਾਫ ਕਰਾਉਣ ਦੀ ਵੀ ਗੱਲ ਕੀਤੀ। ਲੋਕਾਂ ਨੇ ਵਿਸ਼ਵਾਸ ਜਤਾਇਆ ਕਿਉਂਕਿ ਪਿਛਲੀ ਸਰਕਾਰ ਵੇਲੇ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਹਰਿਆਣਾ ਨੂੰ ਪਾਣੀ ਦੇਣ ਤੋਂ ਕੋਰੀ ਨਾ ਕਰ ਦਿੱਤੀ ਸੀ, ਉਹੀ ਛਵੀ ਲੋਕਾਂ ਦੇ ਦਿਲ ਦੇ ਵਿੱਚ ਬਣੀ ਸੀ। ਇਸ ਵਾਰ ਫਿਰ ਲੋਕਾਂ ਨੇ ਕਿਹਾ ਕਿ ਜਿਹੜੇ ਕੈਪਟਨ ਨੇ ਵਾਅਦੇ ਕੀਤੇ ਆ ਉਹਨਾਂ ਤੇ ਖਰਾ ਉਤਰੂਗਾ, ਪਰੰਤੂ ਪਿਛਲੇ 4 ਸਾਲਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕੱਖ ਨਹੀਂ ਕੀਤਾ, ਜਿਸ ਤਹਿਤ ਹੁਣ ਲੋਕਾਂ ਦੇ ਦਿਲ ਦੇ ਵਿੱਚੋਂ ਪੰਜਾਬ ਸਰਕਾਰ ਤੇ ਪ੍ਰਸ਼ਾਂਤ ਕਿਸ਼ੋਰ ਬੁਰੀ ਤਰ੍ਹਾਂ ਉਤਰ ਗਏ। ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਡਾਕਟਰ ਪ੍ਰਸ਼ਾਂਤ ਕਿਸ਼ੋਰ ਦੀ ਟੀਮ ਨੇ ਜਿਸ ਵੀ ਸਿਆਸੀ ਪਾਰਟੀ ਦੇ ਲਈ ਕੰਮ ਕੀਤਾ, ਉਸ ਪਾਰਟੀ ਦੇ ਉਮੀਦਵਾਰਾਂ ਨੇ ਵੱਡੇ ਫਰਕ ਦੇ ਨਾਲ ਜਿੱਤ ਪ੍ਰਾਪਤ ਕੀਤੀ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਜਦੋਂ ਪਹਿਲੀ ਵਾਰ ਚੋਣ ਲੜੀ ਗਈ, ਨਰਿੰਦਰ ਮੋਦੀ ਦੀ ਸਰਕਾਰ ਬਣੀ, ਤਾਂ ਭਾਰਤੀ ਜਨਤਾ ਪਾਰਟੀ ਦੇ ਲਈ ਪ੍ਰਸ਼ਾਂਤ ਕਿਸ਼ੋਰ ਦੀ ਟੀਮ ਨੇ ਕੰਮ ਕੀਤਾ। ਉਹਨਾਂ ਨੇ ਭਾਰਤੀ ਜਨਤਾ ਪਾਰਟੀ ਲਈ ਅਜਿਹੇ ਜੁਮਲੇ ਤਿਆਰ ਕੀਤੇ ਜਿਹੜੇ ਲੋਕਾਂ ਦੇ ਦਿਲਾਂ ਦੇ ਵਿੱਚ ਘਰ ਕਰ ਗਏ, ਜਿਨ੍ਹਾਂ ਦੇ ਵਿੱਚ ਹਰ ਖਾਤੇ ਦੇ ਵਿੱਚ 15 ਲੱਖ ਪਾਉਣ ਦੀ ਗੱਲ ਹੋਵੇ, ਜਾਂ 2-2 ਹਜ਼ਾਰ ਰੁਪਇਆ ਹਰ ਕਿਸਾਨ ਨੂੰ ਦੇਣ ਦੀ ਗੱਲ ਹੋਵੇ, ਤੇ ਜਾਂ ਅੱਛੇ ਦਿਨ ਆਉਣੇ ਵਾਲੇ ਹੈ। ਇਹ ਟੋਟਕੇ ਦੇ ਨਾਲ ਭਾਰਤੀ ਜਨਤਾ ਪਾਰਟੀ ਨੂੰ ਪਹਿਲੀ ਵਾਰ ਵੱਡੀ ਜਿੱਤ ਪ੍ਰਾਪਤ ਕਰਵਾਈ। ਇਸ ਦੇ ਨਾਲ ਨਾਲ ਪੰਜਾਬ ਸਰਕਾਰ ਦੇ ਵਿੱਚ ਜਿਵੇਂ ਗੱਲ ਕਰ ਸਕੀਏ, ਉਹਨਾਂ ਨੇ ਪੰਜਾਬ ਦੀ ਸਰਕਾਰ ਬਣਾਉਣ ਲਈ ਕੈਪਟਨ ਅਮਰਿੰਦਰ ਸਿੰਘ ਦੇ ਲਈ ਇੱਕ ਖਾਸ ਜੁਮਲਾ ਤਿਆਰ ਕੀਤਾ ਕਿ ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ। ਜਦੋਂ ਉਹਨਾਂ ਨੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਲਈ ਰਣਨੀਤੀ ਤਿਆਰ ਕੀਤੀ ਤਾਂ ਭਾਰਤੀ ਜਨਤਾ ਪਾਰਟੀ ਨੂੰ 2 ਵਾਰੀ ਹਰਾ ਕੇ ਅਰਵਿੰਦ ਕੇਜਰੀਵਾਲ ਦੀ ਸਰਕਾਰ ਵੱਡੇ ਫਰਕ ਦੇ ਨਾਲ ਬਣੀ। ਤੇ ਹੁਣੇ ਬੰਗਾਲ ਦੇ ਵਿੱਚ TMC ਵੱਲੋਂ ਭਾਰਤੀ ਜਨਤਾ ਪਾਰਟੀ ਨੂੰ ਵੱਡੇ ਫਰਕ ਦੇ ਨਾਲ ਹਰਾਇਆ ਗਿਆ। ਇਹ ਪ੍ਰਾਪਤੀਆਂ ਡਾਕਟਰ ਪ੍ਰਸ਼ਾਂਤ ਕਿਸ਼ੋਰ ਦੀਆਂ। ਬੇਸ਼ੱਕ ਉਹਨਾਂ ਨੇ ਇਸ ਵੇਲੇ ਆਪਣੀ ਰਣਨੀਤੀ ਘਾੜੇ ਤੋਂ ਪਾਸੇ ਹਟ ਕੇ ਯਾਨੀ ਕਿ ਸੰਨਿਆਸ ਲੈਣ ਦੀ ਗੱਲ ਕੀਤੀ ਆ। ਅਸੀਂ ਇਹ ਸੋਚਦੇ ਹਾਂ ਕਿ ਚੰਗੇ ਲੋਕਾਂ ਲਈ ਅਜਿਹੇ ਲੋਕ ਹਮੇਸ਼ਾ ਕੰਮ ਕਰਨ ਤਾਂ ਕਿ ਚੰਗੇ ਲੋਕ ਤੇ ਚੰਗੀਆਂ ਸਰਕਾਰਾਂ ਬਣ ਕੇ ਸਮਾਜ ਤੇ ਲੋਕਤੰਤਰ ਦਾ ਭਲਾ ਹੋ ਸਕੇ। ਜੇਕਰ ਉਹ ਸੰਨਿਆਸ ਵੀ ਲੈ ਲੈਂਦੇ ਆ ਤਾਂ ਅਸੀਂ ਉਹਨਾਂ ਦੇ ਝੂਠਾਂ ਤੋਂ ਛੁਟਕਾਰਾ ਵੀ ਪਾ ਲਵਾਂਗੇ। ਤੇ ਹੁਣ ਗੱਲ ਕਰਾਂਗੇ ਬੰਗਾਲ ਦੀਆਂ ਚੋਣਾਂ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਭੂਮਿਕਾ ਦੀ। ਤੁਹਾਨੂੰ ਪਤਾ ਕਿ ਜਦੋਂ ਬੰਗਾਲ ਦੇ ਵਿੱਚ ਚੋਣਾਂ ਦਾ ਐਲਾਨ ਹੋਇਆ ਤੇ ਸਿਲਸਿਲੇਵਾਰ ਕਾਨਫਰੰਸਾਂ ਚੱਲ ਰਹੀਆਂ ਸੀ ਤੇ ਦਿੱਲੀ ਤੋਂ ਕਿਸਾਨ ਆਗੂਆਂ ਨੇ ਬੰਗਾਲ ਵੱਲ ਨੂੰ ਕੂਚ ਕਰ ਦਿੱਤਾ ਸੀ। ਬਹੁਤ ਸਾਰੇ ਲੋਕਾਂ ਨੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦੀ ਇਸ ਕਾਰਵਾਈ ਤੇ ਇਤਰਾਜ਼ ਜਤਾਉਂਦਿਆਂ ਕਿਹਾ ਸੀ ਕਿ ਬੰਗਾਲ ਦੀਆਂ ਚੋਣਾਂ ਵਿੱਚ ਕਿਸਾਨਾਂ ਦਾ ਕੀ ਕੰਮ। ਪਰੰਤੂ ਇਸ ਗੱਲ ਦਾ ਨਤੀਜਾ ਹੁਣ ਸਾਹਮਣੇ ਆਇਆ ਕਿ ਜਦੋਂ ਕਿਸਾਨ ਮੋਰਚੇ ਵੱਲੋਂ ਬੰਗਾਲ ਦੇ ਵਿੱਚ ਵੱਡੀਆਂ ਰੈਲੀਆਂ ਤੇ ਬੈਠਕਾਂ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਸੀ ਕਿ ਭਾਜਪਾ ਨੂੰ ਇਸ ਵਾਰ ਵੋਟ ਨਾ ਦਿਓ, ਉਹ ਕਿਸੇ ਵੀ ਹੋਰ ਪਾਰਟੀ ਨੂੰ ਆਪਣਾ ਵੋਟ ਪਾ ਕੇ ਲੋਕਤੰਤਰ ਦੀ ਰਾਖੀ ਕਰਨ ਵਾਲੀ ਸਰਕਾਰ ਚੁਣਨ। ਉਹਨਾਂ ਨੇ ਬੰਗਾਲ ਦੇ ਵਿੱਚ ਜਾ ਕੇ ਇਸ ਗੱਲ ਦਾ ਪ੍ਰਚਾਰ ਕੀਤਾ ਕਿ ਦੁਨੀਆ ਦਾ ਢਿੱਡ ਭਰਨ ਵਾਲੀ ਕਿਸਾਨੀ ਭਾਰਤੀ ਜਨਤਾ ਪਾਰਟੀ ਦੇ ਕਰਕੇ ਸੜਕਾਂ ਤੇ ਪਿਛਲੇ 4 ਮਹੀਨਿਆਂ ਤੋਂ ਰੁਲ ਰਹੀ ਹੈ। ਜੇਕਰ ਇਸੇ ਤਰ੍ਹਾਂ ਹੀ ਭਾਰਤੀ ਜਨਤਾ ਪਾਰਟੀ ਚੋਣਾਂ ਦੇ ਵਿੱਚ ਜਿੱਤਦੀ ਰਹੀ ਤੇ ਹਰ ਵਰਗ ਦਾ ਹਰ ਵਿਅਕਤੀ ਦੁਖੀ ਹੋਵੇਗਾ। ਸੰਯੁਕਤ ਮੋਰਚੇ ਦੇ ਆਗੂ ਬੰਗਾਲ ਦੇ ਲੋਕਾਂ ਨੂੰ ਇਹ ਵੀ ਦੱਸਣ ਵਿੱਚ ਕਾਮਯਾਬ ਹੋਏ ਕਿ ਕੇਂਦਰ ਸਰਕਾਰ ਵੱਲੋਂ ਜਿਹੜੇ 3 ਖੇਤੀ ਬਿੱਲ ਲਿਆਂਦੇ ਗਏ ਆ ਉਹ ਇਕੱਲੇ ਕਿਸਾਨੀ ਨੂੰ ਮਾਰਦੇ ਨਹੀਂ, ਉਹ ਹਰ ਖੇਤਰ ਨੂੰ ਪ੍ਰਭਾਵਿਤ ਕਰਨਗੇ, ਜਿਸ ਤਹਿਤ ਲੋਕਾਂ ਵਿੱਚ ਭਾਰੀ ਜਾਗਰੂਕਤਾ ਆਈ ਤੇ ਉਹਨਾਂ ਨੇ ਆਪਣੀ ਵੋਟ ਦਾ ਸਹੀ ਇਸਤੇਮਾਲ ਕੀਤਾ। ਬੇਸ਼ੱਕ 2 ਮਈ ਨੂੰ ਭਾਰਤੀ ਨੈਸ਼ਨਲ ਮੀਡੀਆ TMC ਦੀ ਜਿੱਤ ਤੇ ਭਾਜਪਾ ਦੀ ਹਾਰ ਦਾ ਚਰਚਾ ਕਰਦਾ ਰਿਹਾ, ਪਰੰਤੂ ਕਿਸਾਨ ਮੋਰਚੇ ਵੱਲੋਂ ਬੰਗਾਲ ਦੀਆਂ ਚੋਣਾਂ ਵਿੱਚ ਨਿਭਾਈ ਅਹਿਮ ਭੂਮਿਕਾ ਤੇ ਕਿਸੇ ਵੀ ਚੈਨਲ ਵੱਲੋਂ ਕੋਈ ਵੀ ਟਿੱਪਣੀ ਨਹੀਂ ਕੀਤੀ ਗਈ। ਉੱਥੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਵੱਲੋਂ ਟਿੱਕਰੀ ਬਾਰਡਰ ਦੇ ਨਾਲ ਦਿੱਲੀ ਦੇ ਹੋਰ ਬਾਰਡਰਾਂ ਤੇ ਮਮਤਾ ਬੈਨਰਜੀ ਦੀ ਜਿੱਤ ਅਤੇ ਭਾਜਪਾ ਦੀ ਹਾਰ ਦੇ ਜਸ਼ਨ ਮਨਾਏ ਗਏ। ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਭਾਰਤੀ ਜਨਤਾ ਪਾਰਟੀ ਦੀ ਬੰਗਾਲ ਵਿੱਚ ਹੋਈ ਵੱਡੀ ਹਾਰ ਤੋਂ ਬਾਅਦ ਭਾਰਤੀ ਕਿਸਾਨ ਆਗੂਆਂ ਨੇ ਮੋਰਚਾ ਪੂਰੀ ਤਰ੍ਹਾਂ ਸੰਭਾਲ ਲਿਆ। ਉਹਨਾਂ ਨੇ ਇੱਥੇ ਇਹ ਵੀ ਐਲਾਨ ਕੀਤਾ ਕਿ ਜਿੱਥੇ ਵੀ ਵੋਟਾਂ ਹੋਣਗੀਆਂ ਉੱਥੇ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਕੀਤਾ ਜਾਊਗਾ, ਬੇਸ਼ੱਕ ਕਿਸੇ ਵੀ ਪਾਰਟੀ ਦਾ ਸਮਰਥਨ ਨਹੀਂ ਕੀਤਾ ਜਾਊਗਾ। ਉੱਥੇ ਭਾਜਪਾ ਨੂੰ ਹਰਾਉਣ ਲਈ ਹਰ ਕਿਸਾਨ ਆਪਣਾ ਜ਼ੋਰ ਲਾਊਗਾ ਜਦੋਂ ਤੱਕ ਕੇਂਦਰ ਸਰਕਾਰ ਖੇਤੀ ਕਾਨੂੰਨਾਂ ਨੂੰ ਰੱਦ ਕਰਕੇ ਕਿਸਾਨਾਂ ਨਾਲ ਇਨਸਾਫ ਨਹੀਂ ਕਰਦੀ। ਉਹਨਾਂ ਨੇ ਇੱਥੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਇਹ ਵੀ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਵੀ ਭਾਜਪਾ ਦੇ ਰਾਹ ਤੇ ਤੁਰੀ ਹੈ, ਕਿਸਾਨ ਵਿਰੋਧੀ ਫੈਸਲੇ ਕਰਨ ਲਈ ਤਤਪਰ ਰਹਿੰਦੀ ਆ। ਇਸ ਵਾਰ ਆਉਣ ਵਾਲੀਆਂ 22 ਦੀਆਂ ਚੋਣਾਂ ਦੇ ਵਿੱਚ ਕਿਸਾਨਾਂ ਵੱਲੋਂ ਕਾਂਗਰਸ ਸਰਕਾਰ ਨੂੰ ਹਰਾਉਣ ਲਈ ਵੀ ਕਮਰ ਕਸੇ ਜਾਣਗੇ। ਸੁਣਦੇ ਹਾਂ ਭਾਰਤੀ ਕਿਸਾਨ ਯੂਨੀਅਨ ਨਾਲ ਸੰਬੰਧਿਤ ਕੁਝ ਆਗੂਆਂ ਦੇ ਬਿਆਨ। ਜਿਹੜੀ ਭਾਜਪਾ ਸਰਕਾਰ ਆ, ਇੱਕ ਮੋਦੀ ਹਿਟਲਰ ਸਰਕਾਰ ਆ ਗਈ, ਇਹਨੂੰ ਐ ਸੀ ਵੀ ਪੂਰੇ ਭਾਰਤ ਦੇ ਵਿੱਚ ਮੈਨੂੰ ਕੋਈ ਨਾ ਹਰਾਉਣ ਵਾਲਾ ਜੰਮਿਆ ਤੇ ਨਾ ਹਰਾ ਸਕਦਾ।
ਜੇ ਨਾ ਅੱਜ ਕੋਈ ਹੱਕਾਂ ਦੀ ਗੱਲ ਕੀਤੀ ਨਹੀਂ ਜਵਾਬਦੇ ਸ਼ਹੀਦਾਂ ਨੂੰ। ਮੋਦੀ ਸਰਕਾਰ ਨੂੰ ਵੋਟਾਂ ਨਹੀਂ ਪਾਉਣ ਦੇਣੀਆਂ, ਹੋਰ ਜਿਹਨੂੰ ਮਰਜ਼ੀ ਪਾ ਦਿਓ, ਅਸੀਂ ਮੋਦੀ ਸਰਕਾਰ ਨੂੰ ਹਰਾਉਣਾ ਹੈ। ਵੀ ਅਸੀਂ ਬੀਜੇਪੀ ਨੂੰ ਵੋਟ ਨਹੀਂ ਦੇਣੀ। ਅਸੀਂ ਉਹਨਾਂ ਨੂੰ ਬੇਨਤੀ ਕਰਨ ਗਏ ਸੀ ਲੋਕਾਂ ਨੂੰ ਵੀ ਹੋਰ ਕਿਸੇ ਨੂੰ ਮਰਜ਼ੀ ਵੋਟ ਪਾ ਦਿਓ, ਵੀ ਬੀਜੇਪੀ ਨੂੰ ਹਰਾਉਣਾ ਗਾ, ਕਿਉਂਕਿ ਬੀਜੇਪੀ ਨੇ ਸਾਡਾ ਬਹੁਤ ਜ਼ਿਆਦਾ ਨੁਕਸਾਨ ਕਰਿਆ। ਗਲ ਪਰ ਨੇ ਕਰਿਆ ਉਹਨੂੰ। ਜੇ ਆਪਣੀ ਸੰਘਰਸ਼ ਦੀ ਜਿੱਤ ਹੋਈ ਹੈ ਤਾਂ ਜਿੱਤ ਹੁੰਦੀ ਰਹੂਗੀ। ਬਹੁਤ ਵਧੀਆ ਹੋਇਆ ਜਿਹੜਾ ਲੋਕਾਂ ਨੇ ਬੀਜੇਪੀ ਨੂੰ ਪਿੱਛੇ ਸੁੱਟਿਆ ਗਾ। ਇਹਦੇ ਨਾਲ ਪੂਰੀ ਸਾਨੂੰ ਵੀ ਖੁਸ਼ੀ ਆ ਤੇ ਜਿਹੜੀ ਜਿੱਤ ਆ ਇਹ ਕਿਸਾਨਾਂ ਦੀ ਯਕੀਨੀ ਹੋਊਗੀ। ਜਿਵੇਂ ਜਿਵੇਂ ਵੋਟਾਂ ਆਈ ਜਾਣਗੀਆਂ, ਕਿਉਂਕਿ ਸੰਘਰਸ਼ ਭਾਵੇਂ ਸਾਨੂੰ 2024 ਤੱਕ ਜਾਣਾ ਪਵੇ। ਬੰਗਾਲ ਨੂੰ ਨਿੱਠ ਕੇ ਜਿੱਥੇ ਉਹਨਾਂ ਨੇ ਬੰਗਾਲ ਨੂੰ ਨਿੱਠ ਕੇ ਮਤਿਆ ਤੀ ਵੀ ਅਸੀਂ ਮਮਤਾ ਬੈਨਰਜੀ ਨੂੰ ਹਰਾਉਣਾ ਹੈ। ਜਿੱਥੇ ਕੇਂਦਰੀ ਹਕੂਮਤ ਨੇ, ਮੋਦੀ ਹਕੂਮਤ ਨੇ ਆਪਦਾ ਸਾਰਾ ਤਾਣਾ ਬਾਣਾ ਝੋਕ ਰੱਖਿਆ ਸੀ, ਉੱਥੇ ਮੋਦੀ ਹਕੂਮਤ ਦੀ ਹਾਰ ਹੋਣੀ ਇਹ ਬਹੁਤ ਵੱਡਾ ਸੂਚਕ ਹੈ। ਤੇ ਉਹਦੇ ਕਰਕੇ ਅੱਜ ਜਿਹੜੀ ਚਾਹੇ ਕੇਰਲਾ 'ਚ ਚਾਹੇ ਕਿਸੇ ਹੋਰ ਕੰਟਰੀ 'ਚ ਪਿੱਛੇ ਹਟ ਰਹੀ ਹੈ। ਇਸ ਤਰ੍ਹਾਂ ਹੀ ਤੁਸੀਂ ਦੇਖੋ ਕਿ ਆਲ ਓਵਰ ਸੰਸਾਰ ਲੈਵਲ ਤੇ ਵੀ ਜਿੰਨਾ ਸੰਸਾਰ ਦਾ ਇੰਟਰਨੈਸ਼ਨਲ ਮੀਡੀਆ ਹੈ ਕਿਵੇਂ ਉਹਨੂੰ ਫਟਕਾਰਾ ਪਾ ਰਿਹਾ ਹੈ ਕਿ ਸਾਡੇ ਭਾਰਤ ਦੀ ਅਸਲ ਦੇ ਵਿੱਚ ਮੈਂ ਸਮਝਦਾ ਕੋ ਬਦਨਾਮੀ ਕਰਾ ਰਿਹਾ ਹੈ ਜਿਹੜੀ ਅੱਜ ਦੀ ਸਰਕਾਰ ਹੈ ਮੋਦੀ ਤੇ ਸਾਹ ਰਲ ਕੇ। ਵਿੱਚ ਪੰਜਾਬ ਦੇ ਢੋਲ ਜਲਦੇ, ਮੇਰੇ ਗੀਤ ਜਲਦੇ ਤੇ ਤੁਹਾਡੇ ਕੋਲ ਜਲਦੇ। ਨੋ ਵੋਟ ਟੂ ਬੀਜੇਪੀ ਉਹਨਾਂ ਨੇ ਲਿਖਿਆ ਸੀ। ਉੱਥੇ ਲੋਕਾਂ ਨੇ ਸਪਸ਼ਟ ਰੂਪ ਦੇ ਅੰਦਰ ਬੰਗਾਲ ਦੇ ਅੰਦਰ, ਤਾਮਿਲਨਾਡੂ ਦੇ ਅੰਦਰ, ਕੇਰਲਾ ਦੇ ਅੰਦਰ ਜਿਹੜਾ ਲੋਕਾਂ ਨੇ ਫਤਵਾ ਦਿੱਤਾ ਹੈ ਉਹਨੂੰ ਹਰਾਉਣ ਦਾ, ਤਾਂ ਮੈਂ ਸਮਝਦਾ ਕਿ ਇਹ ਲੋਕਾਂ ਦਾ ਆਪਦਾ ਇੱਕ ਚੰਗਾ ਪੱਖ ਹੈ। ਪੱਛਮੀ ਬੰਗਾਲ ਦੀਆਂ ਹੋਈਆਂ ਚੋਣਾਂ ਤੇ ਇਹ ਜਿਹੜੇ 5 ਨੁਕਤੇ ਤੁਹਾਡੇ ਨਾਲ ਸਾਂਝੇ ਕੀਤੇ ਆ, ਇਹਨਾਂ ਦੇ ਵਿੱਚੋਂ ਸਭ ਤੋਂ ਵੱਧ ਨੁਕਤਾ ਤੁਹਾਨੂੰ ਕਿਹੜਾ ਪਸੰਦ ਆਇਆ ਜਿਹਨੇ TMC ਯਾਨੀ ਕਿ ਮਮਤਾ ਬੈਨਰਜੀ ਨੂੰ ਜਿੱਤ ਦੇ ਨੇੜੇ ਲੈ ਕੇ ਆਂਦਾ? ਇਹਦੇ 'ਚ ਖਾਸ ਜ਼ਿਕਰ ਇੱਕ ਹੋਰ ਕਰਦੇ ਆ ਕਿ ਇਸ ਸਾਰੀਆਂ ਚੋਣਾਂ ਨੂੰ ਜਿੱਤਣ ਦੇ ਲਈ ਬੰਗਾਲ ਦੇ ਲੋਕਾਂ ਨੂੰ ਭਰਮਾਉਣ ਦੇ ਲਈ ਮੋਦੀ ਨੇ ਭੇਸ਼ ਭੂਸ਼ਾ ਵੀ ਬਦਲੀ ਸੀ। ਉਹਨਾਂ ਨੇ ਰਵਿੰਦਰ ਨਾਥ ਟੈਗੋਰ ਦਾ ਰੂਪ ਧਾਰਨ ਕਰਕੇ ਦਾੜੀ ਵਧਾਉਣ ਦੀ ਕੋਸ਼ਿਸ਼ ਵੀ ਕੀਤੀ ਜਿਹੜੀ ਕਿਸੇ ਕੰਮ ਨਹੀਂ ਆਈ। ਅਸੀਂ ਇਸੇ ਤਰ੍ਹਾਂ ਦੇ ਮਸਲੇ ਦੇ ਨਾਲ ਫੇਰ ਹਾਜ਼ਰ ਹੋਵਾਂਗੇ। ਤੁਸੀਂ ਦੇਖਦੇ ਰਹੋ ਸਰਪੰਚ ਟੂਡੇ ਦਾ ਪ੍ਰਾਈਮ ਟਾਈਮ। ਬਹੁਤ ਬਹੁਤ ਧੰਨਵਾਦ।